ਉਹ ਵੇਖੋ ਜੀ ਉਹਦੇ ਵਜੂਦ ਦੇ ਹਿਸਾਬ ਨਾਲ, ਨਸਲ ਦੇ ਹਿਸਾਬ ਨਾਲ ਉਹ ਲਾਇਆ ਜਾਵੇ ਤੇ ਲੱਖ ਫੀਸ ਦੀ ਵੀ ਆ ਸਕਦੀ ਹੈ, 2 ਲੱਖ ਤੋਂ ਟਾਪ ਨਾਲ ਉਹ ਆ ਕੇ ਫੌਰਨ ਤੁਹਾਡੇ ਕੋਲ ਕ੍ਰਾਸ ਹੋ ਕੇ 1 ਸਾਲ ਦੇ ਅੰਦਰ ਤੁਹਾਨੂੰ ਉਹ ਬੱਚਾ ਦੇ ਸਕਦੀ ਹੈ ਕਿ ਪ੍ਰੋਫਿਟ ਆਪਣਾ ਸਿਸਟਮ ਦੁੱਧ ਤੇ ਚਲਾ ਸਕਦੀ ਹੈ। ਇਹ ਬਿਹਤਰ ਹੈ। ਇਹਦੇ ਵਿੱਚ ਟਾਈਮ ਥੋੜਾ ਜਿਹਾ ਲੱਗਦਾ ਹੈ ਲੇਕਿਨ ਇਨਵੈਸਟ ਨਹੀਂ ਕਰਨੀ, ਇਨਵੈਸਟਮੈਂਟ ਘੱਟ ਹਾਂ ਇਨਵੈਸਟਮੈਂਟ ਥੋੜੀ ਕਰਨੀ। ਬੱਚੀ ਲੈਂਦੇ ਉਹਨਾਂ 6 ਮਹੀਨਿਆਂ ਦੀ ਉਹਦੇ ਵਾਸਤੇ ਇੱਕ ਮੁxtਲਿਫ ਕੰਪਨੀਆਂ ਨੇ ਹੀਫਰਾਂ ਵਾਸਤੇ ਇੱਕ ਵੰਡਾ ਬਣਾਇਆ। ਠੀਕ ਹੈ, ਉਹ हीफरा का स्पेशल वंडा तुसी उन्होंने दे सकते हो। ठीक है। बिस्मिल्लाहिर्रहमानिर्रहीम, अस्सलाम वालेकुम फ्रेंड्स, कैसे हैं आप सब लोग? उम्मीद करता हूँ आप सब लोग खैर खैरियत से होंगे। मैं हूँ शेख अब्बास और आप देख रहे हैं मेरा यूट्यूब चैनल। तो फ्रेंड्स आज हम एक और डेयरी फार्म पे मौजूद है, उनके ऑनर हमारे साथ हैं, उनसे आपकी मुलाकात करवाते हैं और उनसे पूछते हैं कि ये काम करते हुए कितना अर्सा हो गया। अस्सलाम वालेकुम सर जी। वालेकुम, क्या हाल चाल है सर? ठीक हो? ठीक ठाक, अल्लाह का शुक्र। सर सब तो पहले तो अपना नाम और अपने फार्म की लोकेशन दस दो। मेरा नाम मोहम्मद उस्मान संधू माशाल्लाह और संधू डेयरी फार्म साडे फार्म का नाम है। ठीक है। ते लोकेशन चक नंबर 118 डैनर तहसील जानिया जिला खानेवाल। ठीक हो गया सर। डेयरी फार्मिंग का काम करते हुए कितना अर्सा हो गया? ये तकरीबन असी 2012 तो शुरू किया। 2012 तो? हाँ माशाल्लाह। सर इस टाइम जेडियां से जानवर देख रहे हैं अपनी वीडियो, हाँ जी, केड़ी नस्ल दी गाइयां? ये इंपोर्टेड फ्रीजन गावां ने। अच्छा इंपोर्टेड, कुछ अमेरिकन ने कुछ ऑस्ट्रेलियन। ठीक हो गया जी। ਤੇ ਸਰ ਆਪਣੇ ਕੋਲ ਇਸ ਟਾਈਮ ਮਿਲਕ ਦੀ ਐਵਰੇਜ ਜਿਹੜੀ ਹੈ ਤੁਸੀਂ ਤੁਹਾਡੇ ਕੋਲ ਕੀ ਆ ਰਹੀ ਹੈ? ਸਾਡੇ ਕੋਲ ਪਰ ਜਾਨਵਰ ਇਸ ਟਾਈਮ ਜਿਹੜੀ ਮਿਲਕ ਐਵਰੇਜ ਆ ਰਹੀ ਹੈ ਤਕਰੀਬਨ 30 ਤੋਂ 32 35 ਲੀਟਰ ਤੱਕ ਆ ਰਹੀ ਮੈਕਸਿਮਮ। 30 ਤੋਂ 35 ਲੀਟਰ? ਹਾਂਜੀ ਮਾਸ਼ਾਅੱਲਾ। ਤੇ ਸਰ ਇਹਨਾਂ ਲਈ ਕੋਈ ਤੁਸੀਂ ਇਸ ਤੋਂ ਇਲਾਵਾ ਵੀ ਕੋਈ ਇੰਤਜ਼ਾਮਾਤ ਕੀਤੇ ਹੋਏ ਨੇ? ਕਿਉਂਕਿ ਅਸੀਂ ਆਮ ਫਾਰਮਰ ਤੇ ਵਿਜ਼ਿਟ ਕਰ ਰਹੇ ਹਾਂ, ਉੱਥੇ ਤੇ ਇੰਨੀ ਐਵਰੇਜ ਨਹੀਂ ਹੈ, ਤੇ ਮਤਲਬ ਇਹਨਾਂ ਲਈ ਕੋਈ ਤੁਸੀਂ ਸ਼ਾਵਰ ਵਗੈਰਾ ਜਾਂ ਐਕਸਟਰਾ ਕੋਈ? ਇਹਨਾਂ ਵਾਸਤੇ ਅਸੀਂ ਇਹਨਾਂ ਦੀਆਂ 2 ਚੀਜ਼ਾਂ ਮੇਨਟੇਨ ਕੀਤੀਆਂ, ਇੱਕ ਇਹਨਾਂ ਦੀ ਰਿਹਾਇਸ਼, ਠੀਕ ਹੋ ਗਿਆ, ਇੱਕ ਇਹਨਾਂ ਦੀ ਖੁਰਾਕ। ਇਹਨਾਂ ਦੀ ਖੁਰਾਕ ਦੇ ਵਿੱਚ ਵੀ ਅਸੀਂ ਜਿੱਦਤ ਪੈਦਾ ਕੀਤੀ ਹੈ। ਸਹੀ ਹੈ। ਇਹਨਾਂ ਦੇ ਮਿਨਰਲ ਵਿਟਾਮਿਨ ਇਹ ਉਹ ਇਹਨਾਂ ਦਾ ਜਿਹੜਾ ਕੈਲਸ਼ੀਅਮ ਨਮਕੀਆਤ ਵਗੈਰਾ ਦੀ ਕੰਡੀਸ਼ਨ ਲੈਵਲ ਨੂੰ ਅਸੀਂ ਬਰਾਬਰ ਰੱਖਦੇ ਹਾਂ। ਠੀਕ ਹੈ। ਤੇ ਦੂਸਰਾ ਅਸੀਂ ਇਹਨਾਂ ਨੂੰ ਪ੍ਰੋਪਰ ਇਹਨਾਂ ਦੇ ਮੁਤਵੱਕੋ ਮਾਹੌਲ ਦੇ ਰਹੇ ਹਾਂ। ਅੱਛਾ ਮਾਹੌਲ ਦੇ? ਹਾਂ, ਗਰਮੀ ਸਰਦੀ ਦੇ ਲਿਹਾਜ਼ ਨਾਲ ਅਸੀਂ ਇਹਨਾਂ ਦਾ ਪ੍ਰੋਪਰ ਮਾਹੌਲ। ਗਰਮੀ ਚ ਕੀ ਇੰਤਜ਼ਾਮਾਤ ਕੀਤੇ? ਗਰਮੀ ਦੇ ਵਿੱਚ ਅਸੀਂ ਇਹਨਾਂ ਤੇ ਸ਼ਾਵਰ ਲਾ ਰਹੇ ਹਾਂ। ਅੱਛਾ, ਪੰਖੇ ਲਾਏ ਨੇ। ਸਹੀ ਹੈ। ਤੇ ਉਹਦੇ ਨਾਲ ਅਸੀਂ ਸਾਡੇ ਕੋਲ ਦਰਖਤ ਨੇ, ਸਾਡੇ ਕੋਲ ਸ਼ੈੱਡ ਹਵਾਦਾਰ ਹੈ, ਮਤਲਬ ਇਹ ਸਿਸਟਮ ਨਾਲ ਅਸੀਂ ਇਹਨਾਂ ਨੂੰ ਪੂਰਾ ਪ੍ਰੋਪਰ ਮਾਹੌਲ ਦੇ ਰਹੇ ਹਾਂ। ਠੀਕ ਹੋ ਗਿਆ। ਅੱਛਾ ਸਰ ਹੁਣ ਅੱਜ ਦੇ ਮੁਤਾਬਿਕ ਅਗਰ ਗੱਲ ਕਰੀਏ, ਇੱਕ ਜਾਨਵਰ ਜਿੰਦੇ ਕੋਲੋਂ ਤੁਸੀਂ 25 ਤੋਂ 30 ਲੀਟਰ ਦੁੱਧ ਲੈ ਰਹੇ ਹੋ, ਜੀ ਜੀ, ਉਹ ਮੈਕਸਿਮਮ ਤੁਹਾਡਾ ਖਰਚਾ ਕਿੰਨਾ ਕਰ ਰਿਹਾ ਇੱਕ ਦਿਨ ਵਿੱਚ? ਉਹ ਜੀ ਮੁxtਲਿਫ ਖਰਚੇ ਨੇ ਹਰ ਜਾਨਵਰ ਦਾ ਲੈਦਾ, ਲੇਕਿਨ ਐਵਰੇਜ ਅਸੀਂ ਲਾਈਏ ਨਾ ਜੀ ਜੀ, ਤੇ ਤਕਰੀਬਨ 15 ਤੋਂ 17 ਲੀਟਰ ਖਰਚਾ ਇੱਕ ਜਾਨਵਰ ਦਾ ਡੇਲੀ ਦਾ। ਜਿਹੜਾ ਸਾਨੂੰ 30 ਲੀਟਰ ਦੇ ਰਿਹਾ ਉਹ ਤਕਰੀਬਨ 15 ਲੀਟਰ ਖਰਚਾ ਆ ਰਿਹਾ, 15 ਲੀਟਰ ਸਾਨੂੰ ਉਹਦੀ ਪ੍ਰੋਫਿਟ ਆ ਰਿਹਾ। ਯਾਨੀ ਕਿ ਹਾਫ ਆ ਰਿਹਾ। ਅਗਰ 30 ਕਿਲੋ ਹੈ ਤੇ ਅੱਧਾ ਜਾਨਵਰ ਖੁਦ ਖਾ ਰਿਹਾ? ਹਾਂਜੀ, 50-50 ਸਾਨੂੰ ਪ੍ਰੋਫਿਟ ਆ ਰਿਹਾ। ਠੀਕ ਹੋ ਗਿਆ, ਜ਼ਬਰਦਸਤ ਹੋ ਗਿਆ। ਹਾਂਜੀ। ਅੱਛਾ ਸਰ ਹੁਣ ਇਹ ਦੱਸੋ ਕਿ ਜਿਹੜੀ ਇਹਨਾਂ ਕੋਲੋਂ ਬਰੀਡ ਲੈ ਰਹੇ ਹੋ, ਜੀ ਜੀ, ਉਹ ਬਰੀਡ ਦਾ ਕੀ ਨਿਜ਼ਾਮ ਹੈ? ਮਤਲਬ ਤੁਸੀਂ ਸੀਮਨ ਰਖਵਾਉਂਦੇ ਹੋ ਜਾਂ ਆਪਣਾ ਬੁੱਲ ਸਿਲੈਕਟ ਕੀਤਾ ਹੋਇਆ, ਕੀ ਹੈ ਉਸ ਹਿਸਾਬ ਨਾਲ? ਨਹੀਂ, ਅਸੀਂ ਇਹਨਾਂ ਨੂੰ ਸੀਮਨ ਰਖਾ ਰਹੇ ਹਾਂ। ਠੀਕ ਹੈ। ਅਸੀਂ ਆਪਣੀ ਘਰ ਦੀ ਬਰੀਡ ਤੇ ਜ਼ਿਆਦਾ ਫੋਕਸ ਕਰਦੇ ਹਾਂ। ਅਸੀਂ ਬਾਹਰੋਂ ਜਾਨਵਰ ਪਰਚੇਜ਼ ਕਰਨ ਨਾਲੋਂ ਆਪਣੀ ਘਰ ਦੀ ਬਰੀਡ ਤਿਆਰ ਕਰਨਾ ਬਿਹਤਰ ਸਮਝਦੇ ਹਾਂ। ਇਹਦੇ 'ਚ ਹੀ ਅਸਾਂ ਆਪਣਾ ਪ੍ਰੋਫਿਟ ਜ਼ਿਆਦਾ ਸਾਨੂੰ ਨਜ਼ਰ ਆਉਂਦਾ। ਠੀਕ ਹੈ। ਹਾਂਜੀ, ਨਾਲੇ ਸਾਡੀ ਤਸੱਲੀ ਬਖਸ਼ ਬਰੀਡ ਹੁੰਦੀ ਸਾਡੀ ਆਪਣੀ। ਸਹੀ, ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਡੇਅਰੀ ਫਾਰਮਿੰਗ ਦੇ ਨਾਲ ਤੁਸੀਂ ਇਹਦੇ ਤੋਂ ਬਰੀਡਿੰਗ ਵੀ ਕਰ ਰਹੇ। ਠੀਕ ਹੈ। ਔਰ ਬਿਹਤਰ ਕਿਹੜੀ ਦੋਵੇਂ ਚੀਜ਼ਾਂ? ਅਗਰ ਤੁਸੀਂ ਜਾਨਵਰ ਪਰਚੇਜ਼ ਕਰੋਗੇ ਨਾ ਬਾਹਰੋਂ, ਜੀ ਜੀ, ਤੇ ਉਹਦੇ ਤੁਹਾਡਾ ਪ੍ਰੋਫਿਟ ਘਟ ਜਾਏਗਾ। ਠੀਕ ਹੋ ਗਿਆ। ਅਗਰ ਘਰ ਦੀ ਬਰੀਡ ਤਿਆਰ ਕਰਕੇ ਤੁਸੀਂ ਆਪਣੀ ਬਰੀਡ ਨਾਲ ਕਾਰੋਬਾਰ ਚਲਾਓਗੇ, ਅੱਗੇ ਬਿਜ਼ਨਸ ਨੂੰ ਲੈ ਕੇ ਜਾਓਗੇ, ਤਾਂ ਤੁਹਾਨੂੰ ਪ੍ਰੋਫਿਟ ਜ਼ਿਆਦਾ ਆਏਗਾ। ਜ਼ਬਰਦਸਤ। ਅੱਛਾ ਹੁਣ ਜਿਹੜਾ ਤੁਸੀਂ ਇਹਨਾਂ ਦੇ ਸੀਮਨ ਰਖਵਾਉਂਦੇ ਹੋ, ਜੀ ਜੀ, ਇੱਕ ਤੇ ਉਹਦੀ ਕੁਆਲਿਟੀ ਦੱਸੋ ਕੈਸੀ ਰਖਵਾਉਂਦੇ ਹੋ, ਦੂਸਰਾ ਕਿੰਨੇ ਤੱਕ ਦਾ ਖਰਚਾ ਆਉਂਦਾ ਉਹਨਾਂ ਤੇ? ਅਸੀਂ ਇਹਨਾਂ ਕੋਲੋਂ ਸੀਮਨ ਰਖਵਾਉਂਦੇ ਆ, ਇੰਪੋਰਟਡ ਰਖਵਾਉਂਦੇ ਆ। ਠੀਕ ਹੈ। ਤੇ ਜ਼ਿਆਦਾ ਅਸੀਂ ਫੋਕਸ ਕਰਦੇ ਆ ਸੈਕਸ ਸੀਮਨ ਤੇ। ਸੈਕਸ ਸੀਮਨ? ਹਾਂ। ਸੈਕਸ ਸੀਮਨ ਤੋਂ ਮੁਰਾਦ ਕੀ ਹੈ? ਸੈਕਸ ਸੀਮਨ ਤੋਂ ਮੁਰਾਦ ਇਹ ਵੀ ਅਸੀਂ ਸੀਮਨ ਰਖਵਾਉਂਦੇ ਜਿਹਦੇ ਵਿੱਚ ਫੀਮੇਲ ਬੱਚੇ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਮੇਲ ਵੀ ਆ ਜਾਂਦੇ ਨੇ, ਮੇਲ ਫੀਮੇਲ ਕਨਫਰਮ ਹੋ? ਹਾਂ, ਉਹ ਕਨਫਰਮ, ਇਹਦੀ ਬਰੀਡ ਕਨਫਰਮ, ਜਿਹੜੀ ਜੈਂਟਸ ਆਪਣੀ ਹੈ, ਜਿਹੜੀ ਜਿੰਸ ਜਿਹੜੀ ਹੈ ਨਾ, ਉਹ ਕਨਫਰਮ ਹੁੰਦੀ ਇਹਦੇ ਵਿੱਚ। ਠੀਕ ਹੈ। ਉਹਦੇ ਵਿੱਚ ਪਤਾ ਚੱਲ ਜਾਂਦਾ ਤੁਸੀਂ ਸੀਮਨ ਰਖਵਾਇਆ ਤੇ ਫੀਮੇਲ ਆਏਗੀ ਜਾਂ ਸੀਮਨ ਰਖਵਾਇਆ ਤੇ ਮੇਲ ਆਏਗਾ। ਤੁਸੀਂ ਆਪਣੀ ਸਿਲੈਕਟ ਕਰਨਾ, ਆਪਣੀ ਅਸੀਂ ਸਿਲੈਕਟ ਕਰਨੀ। ਠੀਕ ਹੋ ਗਿਆ। ਤੇ ਉਹਦੇ 'ਚ ਫਿਰ ਸਾਨੂੰ ਇਹ ਹੈ ਵੀ ਮੇਲ ਦਾ ਜਿੰਨੀਆਂ ਫੀਮੇਲ ਜ਼ਿਆਦਾ ਹੋਣਗੀਆਂ ਉਹਨਾਂ ਸਾਡਾ ਅੱਗੇ ਕਾਰੋਬਾਰ ਵਧੇਗਾ, ਸਾਨੂੰ ਫਿਰ ਉਹਦੇ 'ਚ ਪ੍ਰੋਫਿਟ ਜ਼ਿਆਦਾ ਆਏਗਾ। ਠੀਕ ਹੋ ਗਿਆ। ਅੱਛਾ ਸਰ ਹੁਣ ਜਿਹੜੇ ਦੇਖਣ ਵਾਲੇ ਸਾਡੇ ਨਿਊ ਵੀਵਰਸ ਨੇ, ਜੀ ਜੀ, ਉਹ ਇਹ ਕੰਮ ਸਟਾਰਟ ਕਰਨ ਜੀ, ਤੇ ਉਹਨਾਂ ਨੂੰ ਕੀ ਮਸ਼ਵਰਾ ਦਿੰਦੇ ਹੋ ਕਿ ਉਹ ਸਟਾਰਟਿੰਗ ਵਿੱਚ ਤਿਆਰ ਜਿਹੜੀਆਂ ਨੇ ਦੁੱਧ ਵਾਲੀਆਂ ਗਾਈਆਂ ਰੱਖਣ ਜਾਂ ਵੱਛੀਆਂ ਰੱਖਣ, ਜਾਂ ਕਿਸ ਤਰੀਕੇ ਨਾਲ ਇਸ ਕੰਮ ਵਿੱਚ ਐਂਟਰੀ ਕਰਨਾ? ਇਹ ਦੇਖੋ ਜੀ, ਇਹਦੇ ਮੁxtਲਿਫ ਤਰੀਕੇ ਨੇ। ਠੀਕ ਹੈ। ਬਾਜ਼ ਲੋਕ ਅਫੋਰਡ ਕਰ ਸਕਦੇ ਨੇ, ਉਹ ਤਿਆਰਸ਼ੁਦਾ ਜਾਨਵਰ ਪਰਚੇਜ਼ ਕਰ ਸਕਦੇ ਨੇ। ਸਹੀ ਹੈ। ਬਾਜ਼ ਲੋਕ ਦਾ ਬਜਟ ਥੋੜਾ ਆ, ਉਹ ਪਰਚੇਜ਼ ਨਹੀਂ ਕਰ ਸਕਦੇ। ਉਹਨਾਂ ਨੂੰ ਮੇਰਾ ਮਸ਼ਵਰਾ ਇਹ ਹੈ ਵੀ ਜਿਹੜੇ ਜਾਨਵਰ ਅਫੋਰਡ ਕਰ ਸਕਦੇ ਨੇ, ਜੀ ਜੀ, ਤਿਆਰਸ਼ੁਦਾ ਉਹ ਲੈ ਲੈਣ। ਠੀਕ ਹੈ। ਫਿਰ ਅਗਰ ਉਹ ਨਹੀਂ ਕਰ ਸਕਦੇ ਤੇ ਵਹਿੜਾਂ ਲੈ ਲੈਣ। ਠੀਕ ਹੈ। ਛੋਟੀਆਂ ਵੱਛੀਆਂ ਲੈ ਲੈਣ। ਉਹ ਜਿਵੇਂ ਜਿਵੇਂ ਛੋਟੀ ਹੁੰਦੀ ਜਾਏਗੀ ਉਹਦਾ ਟਾਈਮ ਵੱਧਦਾ ਜਾਏਗਾ।
ਠੀਕ ਉਹਦਾ ਪ੍ਰੋਫਿਟ ਆਉਣਾ ਲੇਟ ਆਏਗਾ, ਸਹੀ ਹੈ, ਜਿਹੜਾ ਤਿਆਰ ਲਵਾਂਗੇ ਉਹਦਾ ਫੌਰਨ ਆਏਗਾ। ਠੀਕ ਹੈ ਤੇ ਲੇਕਿਨ ਇਹ ਤਰੀਕੇ ਸਾਰੇ ਠੀਕ ਨੇ ਆਪਣੇ ਹਿਸਾਬ ਨਾਲ, ਆਪਣੇ ਸਹੀ ਹੈ। ਬਜਟ ਦੇ ਹਿਸਾਬ ਨਾਲ। ਸਰ ਹੁਣ ਅਗਰ ਇੱਕ ਤੁਹਾਡੇ ਕੋਲ ਛੋਟੀ ਜਿਹੀ ਐਗਜ਼ਾਮਪਲ ਲੈ ਲਈਏ, ਕਿਉਂਕਿ ਤਿਆਰ ਦੁੱਧ ਵਾਲਾ ਜਾਨਵਰ ਤੇ ਰਾਉਂਡ ਅਬਾਊਟ ਤਕਰੀਬਨ 5 ਲੱਖ ਹਾਂ 6 5 ਲੱਖ ਤੋਂ ਦੇ ਬਰਾबर है। 7-8 ਲੱਖ ਕਿੱਥੇ ਆਏਗਾ ਤੇ ਅੱਛਾ ਅਗਰ ਅੱਛਾ ਜਾਨਵਰ, ਹਾਂਜੀ ਅਗਰ ਮਤਲਬ ਕੋਈ ਅੱਛੀ ਬਰੀਡ ਜਿਹੜੀ ਹੈ ਅਗਰ ਲੈ ਲੈਂਦਾ 6 ਮਹੀਨੇ ਦੀ ਬੱਚੀ ਜਿਹੜੀ ਤਿਆਰ ਹੋ ਕੇ ਗਾ ਅੱਗੇ ਮਤਲਬ 25 ਤੋਂ 30 ਕਿਲੋ ਦੁੱਧ ਦਵੇ, ਉਹ ਕਿੰਨੇ ਕੁ ਤੱਕ ਦੀ ਮਿਲੇਗੀ 6 ਮਹੀਨੇ ਦੀ ਗਾਂ? ਉਹ ਵੇਖੋ ਜੀ ਉਹਦੇ ਵਜੂਦ ਦੇ ਹਿਸਾਬ ਨਾਲ, ਨਸਲ ਦੇ ਹਿਸਾਬ ਨਾਲ ਉਹ ਅਗਰ ਲਾਇਆ ਜਾਵੇ ਤੇ ਲੱਖ ਫੀਸ ਦੀ ਵੀ ਆ ਸਕਦੀ ਹੈ, 2 ਲੱਖ ਤੋਂ 2.5 ਲੱਖ 1.5 ਲੱਖ 2 ਲੱਖ ਪੌਣੇ 2 ਲੱਖ ਇੱਥੇ ਉਹਦੀ। ਅਗਰ ਅਸੀਂ ਰਾਉਂਡ ਅਬਾਊਟ 2 ਲੱਖ ਰੁਪਏ ਲਾਈਏ ਐਵਰੇਜ ਮਿਲ ਜਾਏਗੀ? ਹਾਂ ਇਨਸ਼ਾਅੱਲਾ ਮਿਲ ਜਾਏਗੀ, ਜਿਹੜੀ ਯਾਨੀ ਕਿ 30 ਕਿਲੋ ਤਿਆਰ ਹੋਵੇ ਤੇ 30 ਕਿਲੋ ਤੱਕ ਦੁੱਧ ਦੇਵੇਗੀ ਇਨਸ਼ਾਅੱਲਾ। ਠੀਕ ਹੋ ਗਿਆ, 2 ਲੱਖ ਦੀ ਅਸੀਂ ਵੈਡ ਲੈ ਲਈ। ਹਾਂਜੀ ਤੇ ਹੁਣ ਉਹਦੇ ਤੇ ਅੱਗੇ ਤਿਆਰ ਹੋਣ ਦਾ ਕਿੰਨਾ ਟਾਈਮ ਚਾਹੀਦਾ ਔਰ ਕਿੰਨਾ ਖਰਚਾ ਚਾਹੀਦਾ? ਉਹ ਤਕਰੀਬਨ ਅਗਰ ਪਿੱਛੋਂ ਤੁਹਾਨੂੰ ਸਿਹਤਮੰਦ ਮਿਲਦੀ ਏ, ਜੀ ਅਗਰ ਉਹ ਥੋੜੀ ਜੀ ਕਮਜ਼ੋਰ ਹੈ ਫਿਰ ਉਹਨੂੰ ਟਾਈਮ ਜ਼ਿਆਦਾ ਲਏਗੀ। ਠੀਕ ਹੈ। ਅਗਰ ਤੁਹਾਨੂੰ ਪ੍ਰੋਪਰ ਸਿਹਤਮੰਦ ਮਿਲਦੀ ਹੈ ਔਰ ਤੁਹਾਡਾ ਮੇਨ ਚੀਜ਼ ਜਿਹੜੀ ਤੁਹਾਡੀ ਕਿਸਮਤ ਸਾਥ ਦਿੰਦੀ ਹੈ, ਹਾਂਜੀ ਹਾਂਜੀ ਬਿਲਕੁਲ, ਉਹ ਮੇਰੇ ਹਿਸਾਬ ਨਾਲ ਉਹ ਆ ਕੇ ਫੌਰਨ ਤੁਹਾਡੇ ਕੋਲ ਕ੍ਰਾਸ ਹੋ ਕੇ 1 ਸਾਲ ਦੇ ਅੰਦਰ ਅੰਦਰ ਤੁਹਾਨੂੰ ਉਹ ਬੱਚਾ ਦੇ ਸਕਦੀ ਹੈ ਕਿ ਪ੍ਰੋਫਿਟ ਆਪਣਾ ਸਿਸਟਮ ਦੁੱਧ ਤੇ ਚਲਾ ਸਕਦੀ ਹੈ। ਅੱਛਾ ਮਾਸ਼ਾਅੱਲਾ, ਯਾਨੀ ਕਿ 6 ਮਹੀਨੇ ਦੀ ਅਗਰ ਅਸੀਂ ਵੈਡ ਲਵਾਂਗੇ ਹਾਂ ਤੇ ਉਹ ਕਿੰਨੇ ਅਰਸੇ ਬਾਅਦ ਕ੍ਰਾਸ ਹੋ ਜਾਏਗੀ? ਉਹ ਤਕਰੀਬਨ 6 ਮਹੀਨਿਆਂ ਦੀ ਤੁਸੀਂ ਲਓਗੇ ਨਾ, ਜੀ। ਉਹ 4-5-6 ਮਹੀਨੇ ਹੋਰ ਮਜ਼ੀਦ ਲਏਗੀ ਤੇ ਕ੍ਰਾਸ ਹੋ ਜਾਏਗੀ। ਅੱਛਾ 12 ਮਹੀਨੇ ਚ ਕ੍ਰਾਸਿੰਗ ਲਈ ਤਿਆਰ ਕ੍ਰਾਸਿੰਗ ਹੋ ਜਾਂਦੀ ਹੈ ਜੇ ਉਹਨੂੰ ਪ੍ਰੋਪਰ ਖੁਰਾਕ ਮਿਲੀ ਹੋਵੇ, ਉਹਨੂੰ ਸਹੀ ਹੈ। ਬਚਪਨ ਚ ਦੁੱਧ ਮਿਲਿਆ ਹੋਵੇ। ਅੱਛਾ ਹਾਂਜੀ ਜ਼ਬਰਦਸਤ। ਤੇ ਯਾਨੀ ਕਿ ਅਗਰ 12 ਮਹੀਨੇ ਚ ਅਸੀਂ ਉਹਨੂੰ ਪ੍ਰੈਗਨੈਂਟ ਕਰਵਾ ਲਿਆ ਤੇ ਅੱਗੇ 9 ਮਹੀਨਿਆਂ ਚ ਹਾਂ ਉਹ ਤਕਰੀਬਨ 20 ਮਹੀਨਿਆਂ ਦੇ ਅੰਦਰ ਅੰਦਰ ਸੂਪੇਗੀ। 20 ਮਹੀਨਿਆਂ ਦੇ ਅੰਦਰ ਅੰਦਰ ਟੋਟਲ ਹਾਂ ਪੀਰੀਅਡ? ਔਰ ਸਾਡੇ ਫਾਰਮ ਦੇ ਇਵੇਂ ਬੱਚੀਆਂ ਸੂਈਆਂ ਨੇ, ਅੱਛਾ ਸਾਡਾ ਆਪਣਾ ਜ਼ਾਤੀ ਤਜਰਬਾ, ਸਾਡੀਆਂ ਬੱਚੀਆਂ ਮਾਸ਼ਾਅੱਲਾ। ਸੂਈਆਂ ਨੇ। ਜ਼ਬਰਦਸਤ। ਤੇ ਸਰ ਇਸ ਹਿਸਾਬ ਨਾਲ ਤੇ ਮੇਰਾ ਖਿਆਲ ਗਰੋਥ ਬੰਦਾ ਜ਼ਰਾ ਜਲਦੀ ਕਰ ਲੈਂਦਾ, ਹਾਂ ਉਹ ਕਿਉਂਕਿ ਤੁਹਾਡੀ ਮਿਲਕ ਦੀ ਐਵਰੇਜ ਵੀ ਸਟਾਰਟ ਹੋ ਜਾਏਗੀ, ਪਿੱਛੋਂ ਤੁਹਾਡੀ ਪ੍ਰੋਜਨੀ ਵੀ ਆ ਜਾਏਗੀ, ਬੱਚੇ ਵੀ ਆ ਜਾਣਗੇ। ਬਿਲਕੁਲ ਤੇ ਇਹ ਮੇਰਾ ਖਿਆਲ ਤਿਆਰ ਜਾਨਵਰਾਂ ਨਾਲੋਂ ਬਿਹਤਰ ਹੈ ਕਿ ਅਗਰ ਇਹ ਅਸੀਂ ਬਿਹਤਰ ਹੈ। ਕਿ ਇਹਦੇ ਬਈ ਚ ਅੱਛੀ ਬੱਚੀ ਟਾਈਮ ਰੱਖੀ। ਥੋੜਾ ਜਿਹਾ ਲੱਗਦਾ ਹੈ ਜੀ ਜੀ, ਲੇਕਿਨ ਇਨਵੈਸਟ ਨਹੀਂ ਕਰਨੀ, ਇਨਵੈਸਟਮੈਂਟ ਘੱਟ ਹੈ। ਹਾਂ ਇਨਵੈਸਟਮੈਂਟ ਥੋੜੀ ਕਰਨੀ। ਠੀਕ ਹੋ ਗਿਆ। ਅੱਛਾ ਸਰ ਹੁਣ ਤੁਸੀਂ ਇੱਕ ਡਾਈਟ ਪਲਾਨ ਜਿਹੜਾ ਨਾ ਜਿਹੜਾ ਇਹਨਾਂ ਨੂੰ ਦੇ ਰਹੇ ਹੋ, ਜੀ ਜੀ ਠੀਕ ਹੈ, ਉਹ ਵੀ ਦੱਸੋ ਤਿਆਰ ਗਾਈਆਂ ਲਈ ਜੀ ਔਰ ਵੱਛੀਆਂ ਲਈ ਵੀ ਦੱਸੋ ਕਿ ਬਈ ਕਿਹੜੀ ਜ਼ਰੂਰੀ ਹੈ 12 ਮਹੀਨੇ ਜਾਂ ਉਸ ਤੋਂ ਬਾਅਦ ਜਦੋਂ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਨਾਂ ਨੂੰ ਕੀ ਚੀਜ਼ ਦੇਣੀ ਚਾਹੀਦੀ ਹੈ, ਵਜ਼ਾਹਤ ਨਾਲ ਦੱਸ ਦਿਓ। ਜਿਹੜੀਆਂ ਤਾਜ਼ੇ ਜਾਨਵਰ ਨੇ ਨਾ ਦੁੱਧ ਵਾਲੇ, ਜੀ ਉਹਨਾਂ ਨੂੰ ਅਸੀਂ ਦੇ ਰਹੇ ਹਾਂ ਮੱਕੀ ਦਾ ਸੈਲਜ, ਠੀਕ ਹੈ, ਸਬਜ਼ ਚਾਰਾ ਵੀ ਵਿੱਚ ਦੇ ਰਹੇ ਹਾਂ, ਸਹੀ ਉਹ ਹੈ। ਮੱਕੀ ਹੈ ਜਵਾਰ ਹੈ, ਠੀਕ ਹੈ, ਮਤਲਬ ਇੰਜ ਦਾ ਚਾਰਾ ਦੇ ਰਹੇ ਹਾਂ। ਠੀਕ ਹੈ, ਤੇ ਅਸੀਂ ਉਹਨੂੰ ਵੰਡਾ ਦੇ ਰਹੇ ਹਾਂ, ਮੈਕਸਿਮਮ ਡੋਜ਼ ਦੇ ਰਹੇ ਹਾਂ। ਠੀਕ ਹੈ, ਤਕਰੀਬਨ ਜਿਹੜੀ ਸਾਡੀ ਜਾਨਵਰ 30 ਲੀਟਰ ਗਾਂ ਦੁੱਧ ਜਾਂ 30 ਲੀਟਰ ਪਲੱਸ ਕਰ ਰਹੀ ਜੀ ਹੈ, ਜੀ। ਅਸੀਂ ਉਹਨੂੰ 12 ਤੋਂ 15 ਕਿਲੋ ਵੰਡਾ ਦੇ ਰਹੇ ਹਾਂ daily। ਅੱਛਾ ਮਾਸ਼ਾਅੱਲਾ, ਤੇ ਯਾਨੀ ਕਿ 2 ਕਿਲੋ ਪਰ ਕਿਲੋ ਤੇ ਤੁਸੀਂ 1 ਕਿਲੋ ਵੰਡਾ ਦੇ ਰਹੇ ਹੋ ਜਾਂ 3 ਕਿਲੋ? 3 ਕਿਲੋ ਤੇ 3 ਕਿਲੋ ਦੁੱਧ ਤੇ 1 ਕਿਲੋ ਵੰਡਾ ਦੇ ਰਹੇ 1 ਕਿਲੋ ਦੇ। ਉਹਦੇ ਚ ਸਾਨੂੰ ਇਹ ਸਾਡੀ ਵੰਡੇ ਦੀ ਕਾਸਟ ਥੋੜੀ ਜਿਹੀ ਵੱਧ ਜਾਂਦੀ ਹੈ, ਖਰਚਾ ਵੱਧ ਜਾਂਦਾ ਹੈ। ਉਹਦੇ ਸਾਨੂੰ ਇਹ ਬਚਤ ਹੁੰਦੀ ਕਿ ਜਾਨਵਰ 30 ਲੀਟਰ ਦੁੱਧ ਦੇਣ ਦੇ ਬਾਵਜੂਦ ਜਾਨਵਰ ਕਮਜ਼ੋਰ ਨਹੀਂ ਹੁੰਦਾ ਕਮਜ਼ੋਰ ਨਹੀਂ, ਔਰ ਅਗਲੇ ਸੂਏ ਵਾਸਤੇ ਉਹ ਰੈਡੀ ਰਹਿੰਦਾ ਹੈ, ਰੈਡੀ ਰਹਿੰਦਾ, ਹੁਣ ਮਸਲਾ ਨਹੀਂ ਬਣਦਾ। ਠੀਕ ਹੈ। ਦੂਸਰਾ ਅਸੀਂ ਨਾਲ ਇਹਨਾਂ ਨੂੰ ਮਿਨਰਲ ਦੇ ਰਹੇ ਹਾਂ, ਜੀਸ਼ ਦੇ ਰਹੇ ਹਾਂ, ਨਾਲ ਇਹਨਾਂ ਨੂੰ ਸੋਡਾ ਦੇ ਰਹੇ ਹਾਂ, ਮਿੱਠਾ ਸੋਡਾ ਦੇ ਰਹੇ ਹਾਂ, ਠੀਕ ਹੈ। ਇਹਨਾਂ ਨੂੰ DCP ਡਾਈ ਕੈਲਸ਼ੀਅਮ ਫਾਸਫੇਟ ਦੇ ਰਹੇ ਹਾਂ। ਸੋਡੇ ਦਾ ਕੀ ਮਕਸਦ ਹੈਗਾ? ਸੋਡਾ ਜਿਹੜਾ ਇਹ ਡਾਈਜੈਸ਼ਨ ਸਿਸਟਮ ਨੂੰ ਸੈੱਟ ਰੱਖਦਾ ਹੈ ਅੱਛਾ, ਔਰ ਜਾਨਵਰ ਦੇ ਅੰਦਰ ਬਿਮਾਰੀਆਂ ਦੇ ਖਿਲਾਫ ਕੂਵਤ ਮੁਦਾਫਿਰ ਨੂੰ ਪੈਦਾ ਕਰਦਾ ਹੈ, ਯਾਨੀ ਕਿ ਨਿਜ਼ਾਮੀ ਨਿਜ਼ਾਮ ਨੂੰ ਨਿਜ਼ਾਮ ਨੂੰ ਇਹ ਬਿਲਕੁਲ ਐਕੂਰੇਟ ਰੱਖਦਾ ਹੈ। ਔਰ ਇਸ ਦੌਰ ਦੇ ਵਿੱਚ ਮੈਂ ਸਮਝਦਾ ਕਿ ਸੋਡਾ ਇੱਕ ਜ਼ਰੂਰੀ ਗੁਜ਼ਾਰ ਬਣ ਗਈ। ਜ਼ਬਰਦਸਤ। ਹਾਂਜੀ ਜਿਨ੍ਹਾਂ ਨੇ ਸਾਈਲੇਜ ਖਾਣਾ ਨਾ ਜਿਸ ਜਾਨਵਰ ਨੇ, ਉਹਦੇ ਵਾਸਤੇ ਸੋਡਾ ਡੇਲੀ ਬੇਸ ਤੇ ਜ਼ਰੂਰੀ ਹੈ। ਹਾਂਜੀ ਠੀਕ ਹੋ ਗਿਆ। ਅੱਛਾ ਸਰ ਹੁਣ ਵੱਛੀਆਂ ਦੀ ਖੁਰਾਕ ਦੱਸੋ ਕਿ ਜਿਹੜੀ 6 ਮਹੀਨੇ ਦੀ ਵੱਛੀ ਜਿਸ ਨੇ ਪਾਈ ਹੈ, ਹਾਂਜੀ ਉਹਨੂੰ ਸਟਾਰਟਿੰਗ ਚ ਕਿਤਨਾ ਕੁ ਵੰਡਾ ਅਗਰ ਦੇਣਾ ਚਾਹੀਦਾ, ਨਹੀਂ ਦੇਣਾ ਚਾਹੀਦਾ, ਸੈਲਿਜ ਕਿਸ ਕੁਆਂਟੀਟੀ ਨਾਲ ਦੇਣਾ ਚਾਹੀਦਾ, ਹਾਂਜੀ ਇਹ ਜ਼ਰਾ ਦੱਸੋ। ਅਗਰ ਤੁਸੀਂ ਵੱਛੀ ਲੈਂਦੇ ਹੋ ਨਾ 6 ਮਹੀਨਿਆਂ ਦੀ ਜੀ ਤੇ ਉਹਦੇ ਵਾਸਤੇ ਇੱਕ ਮੁxtਲਿਫ ਕੰਪਨੀਆਂ ਨੇ ਹੀਫਰਾਂ ਵਾਸਤੇ ਇੱਕ ਵੰਡਾ ਬਣਾਇਆ, ਠੀਕ ਹੈ, ਉਹ ਹੀਫਰਾਂ ਦਾ ਸਪੈਸ਼ਲ ਵੰਡਾ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ। ਠੀਕ ਹੈ, ਮੈਕਸਿਮਮ ਆਪਣੇ ਹਿਸਾਬ ਨਾਲ 2 ਕਿਲੋ ਡੋਜ਼ ਦੇ ਸਕਦੇ ਹੋ, 1.5 ਕਿਲੋ ਦੇ ਸਕਦੇ ਹੋ, ਕਿਲੋ 3 ਕਿਲੋ, ਜਿੰਨੀ ਮਤਲਬ ਜਾਨਵਰ ਬਰਦਾਸ਼ਤ ਕਰਦਾ ਹੈ ਠੀਕ ਔਰ ਹੈ। ਜਿੰਨੀ ਮਾਲਕ ਬਰਦਾਸ਼ਤ ਕਰਦਾ ਹੈ ਉਹ ਤੁਸੀਂ ਦੇ ਸਕਦੇ ਹੋ। ਨਾਲ ਉਹਨਾਂ ਨੂੰ ਤੁਸੀਂ ਸਾਈਲੇਜ ਵੀ ਦਿਓ, ਚਾਰਾ ਵੀ ਦਿਓ, ਉਹਨਾਂ ਦੇ ਵਿੱਚ ਤੂੜੀ ਦਾ ਇਸਤੇਮਾਲ ਕਰੋ, ਉਹਨਾਂ ਨੂੰ ਵੀ DCP ਸੋਡਾ ਵਗੈਰਾ ਇਹ ਉਹਨਾਂ ਦਾ ਮੇਨਟੇਨ ਰੱਖੋ ਤੇ ਇਨਸ਼ਾਅੱਲਾ ਅੱਲਾਹ ਪਾਕ ਦੇ ਹੁਕਮ ਨਾਲ ਇਹ ਸਾਲ ਤੋਂ ਅੰਦਰ ਅੰਦਰ ਇਹ ਪ੍ਰੈਗਨੈਂਟ ਹੋ ਜਾਂਦੀ। ਠੀਕ ਹੈ। ਅੱਛਾ ਸਰ ਹੁਣ ਇਹ ਜਿਹੜਾ ਲਾਸਟ ਕੁਐਸਚਨ ਕਰਨਾ ਕਿ ਮਤਲਬ ਖੁਰਾਕ ਤੇ ਤੁਸੀਂ ਦੱਸੀ ਨਾ ਹੀਫਰਾਂ ਲਈ ਜੀ, ਹੁਣ 2 ਲੱਖ ਦੀ ਜਿਹੜੀ ਹੀਫਰ ਹੈ ਉਹਦੇ ਤੇ ਮੈਕਸਿਮਮ ਜਿਹੜਾ ਟਾਈਮ ਪੀਰੀਅਡ ਹੈ ਸਾਡੇ ਕੋਲ 6 ਤੇ ਅੱਗੇ 9 ਜੀ 6 9 ਤਕਰੀਬਨ 15 ਮਹੀਨੇ ਜਿਹੜੇ ਤੁਹਾਡੇ ਫਾਰਮ ਤੇ ਰਹੇਗੀ। ਹਾਂਜੀ 15 ਮਹੀਨਿਆਂ ਚੋਂ ਟੋਟਲ ਖਰਚਾ ਕਿੰਨਾ ਕਰਵਾ ਦੇਗੀ ਪਰ ਮੰਥ, ਕਿੰਨਾ ਖਰਚਾ ਜਾਂ 15 ਮਹੀਨੇ ਇਹ ਤਕਰੀਬਨ ਮੇਰੇ ਹਿਸਾਬ ਨਾਲ ਇਹਦਾ ਖਰਚਾ ਆਉਂਦਾ ਡੇਲੀ ਦਾ ਤਕਰੀਬਨ ਕੋਈ 400-500 400-500 ਰੁਪਏ ਖਰਚਾ ਡੇਲੀ ਦਾ, ਯਾਨੀ ਕਿ 15,000 ਰੁਪਏ ਅਸੀਂ ਮੰਥਲੀ ਲਗਾ ਸਕਦੇ ਹਾਂ। 12-15,000 ਰੁਪਏ ਮੰਥਲੀ
15,000 रुपए अगर ਅਸੀਂ ਰਾਉਂਡ ਅਬਾਊਟ ਲਗਾਈਏ ਤੇ ਹਾਂਜੀ। ਮੇਰੇ ਹਿਸਾਬ ਨਾਲ 2 ਲੱਖ ਰੁਪਏ ਬਣੇਗਾ। 2 ਲੱਖ ਬਣੇਗਾ। 4 ਲੱਖ ਦੀ ਤੁਹਾਡੇ ਕੋਲ ਇੱਕ ਇਨਵੈਸਟ ਤੇ ਹੋਗੀ। ਗਾਂ ਜਿਹੜੀ ਹੈ ਨਾ ਦੁੱਧ ਤੇ ਆ ਜਾਏਗੀ, ਠੀਕ ਹੈ। ਨਾਲ ਉਹਦਾ ਬੱਚਾ ਵੀ ਤੁਹਾਨੂੰ ਪ੍ਰੋਫਿਟ ਮੇਰੇ ਹਿਸਾਬ ਨਾਲ ਇਹ ਜ਼ਿਆਦਾ ਬਿਹਤਰ ਕੰਮ ਹਾਂਜੀ ਇਹ ਬਿਹਤਰ ਹੈ ਜ਼ਿਆਦਾ। ਠੀਕ ਅਗਰ ਤੁਸੀਂ ਜਾਨਵਰ ਵਹਿੜਾਂ ਲੈ ਕੇ ਉਹਨਾਂ ਨੂੰ ਪਾਲ ਕੇ ਤਿਆਰ ਕਰਕੇ ਅੱਗੇ ਵੇਚਣਾ ਚਾਹ ਰਹੇ ਜੇ, ਉਹ ਵੀ ਉਹ ਵੀ ਇੱਕ ਅੱਛਾ ਬਿਜ਼ਨਸ ਹੈ, ਉਹ ਵੀ ਠੀਕ ਹੈ। ਪਿੱਛੇ ਨਵੀਆਂ ਲਈ ਉਹ ਅੱਗੋਂ ਤਿਆਰ ਕਰਕੇ ਵੇਚੀ ਜੋ, ਇਹ ਵੀ ਬਿਜ਼ਨਸ ਲਾ ਕੇ ਸਾਡੇ ਲੋਕ ਕਰ ਰਹੇ ਆ, ਲੇਕਿਨ ਅਸੀਂ ਦੁੱਧ ਤੇ ਜ਼ਿਆਦਾਤਰ ਫੋਕਸ ਕਰ ਰਹੇ। ਠੀਕ ਹੋ ਗਿਆ। ਅੱਛਾ ਸਰ, ਹੁਣ ਲਾਸਟ ਜਿਹੜੇ ਸਾਡੇ ਦੇਖਣ ਵਾਲੇ ਵੀਵਰਸ ਨੇ ਉਹਨਾਂ ਨੂੰ ਆਪਣੀ ਤਰਫੋਂ ਕੋਈ ਮਸ਼ਵਰਾ ਦੇਣਾ ਚਾਹੋ ਕਿ ਇਸ ਕੰਮ 'ਚ ਕਿਵੇਂ ਐਂਟਰੀ ਹੋਣੀ, ਕਿਹੜੀ ਚੀਜ਼ ਤੇ ਗੌਰ ਕਰਨਾ ਚਾਹੀਦਾ, ਕੋਈ ਮਸ਼ਵਰਾ ਦੇਣਾ ਚਾਹੋ? ਇਹਦੇ ਵਿੱਚ ਕੋਈ ਲੰਬੀ ਚੌੜੀ ਸਾਇੰਸ ਨਹੀਂ ਹੈ, ਜੀ। ਇਹਦੇ ਦੋ ਹੀ ਗੱਲਾਂ ਨੇ। ਠੀਕ ਹੈ। ਇੱਕ ਜਾਨਵਰ ਨੂੰ ਟਾਈਮ ਦੇਣਾ, ਠੀਕ ਹੈ। ਇੱਕ ਖੁਰਾਕ ਦੇਣੀ। ਸਹੀ ਹੈ। ਦੋ ਚੀਜ਼ਾਂ ਹੋਣ ਤੇ ਮੈਂ ਸਮਝਦਾ ਕਿ ਸਾਰਾ ਇਹ ਚੱਲ ਸਕਦਾ ਕਾਰੋਬਾਰ ਬਿਹਤਰ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਜਿਹੜਾ ਮਾਲਿਕ ਹੈ ਉਹ ਸਿਰ ਤੇ ਹੋਣਾ ਜ਼ਰੂਰੀ ਹੈ। ਬਿਲਕੁਲ ਬਹੁਤ ਜ਼ਰੂਰੀ ਹੈ। ਮਾਲਕ ਟਾਈਮ ਦੇਵੇ, ਮਾਲਕ ਦੇ ਹਰ ਇੱਕ ਜਾਨਵਰ ਦੀ ਆਪਣਾ ਹਰਕਤ ਜਿਹੜੀ ਹੈ ਉਹਦੀ ਨਜ਼ਰ ਹੋਵੇ, ਉਹਨੂੰ ਪਤਾ ਹੋਵੇ। मुलाजमान के सिर पे फार्म नहीं चलता। सर बहुत शुक्रिया। ओके जी, अल्लाह हाफिज जी। तो फ्रेंड्स ये थी आज की वीडियो, उम्मीद करते हैं आपको आज की वीडियो अच्छी लगी होगी। इंशाल्लाह नेक्स्ट वीडियो में आपके साथ मुलाकात करेंगे, तब तक अपने दोस्त शेख अब्बास को दीजिए इजाजत। अल्लाह हाफिज।